राधा स्वामी। हजूर जी का एक हफ्ता बेदेह रहना। मार्च 1904 ईस्वी। बाबा जैमल सिंह जी दे चोला छड्डन दे बाद हजूर बड़े उदास रहन लगे। एक महीना जनवरी इस तरह गुजर गया। सवेरे जंगल पानी तो वेले होके सत्संग करके ते भजन करके गुफा विच चले जाते। दूसरे महीने सत्संग करना बंद कर दिता। जंगल पानी ते इशनान तो वेले होके थोड़ा भोजन करना अते सारा दिन ते रात गुफा विच लंघा देना नित दा काम हो गया। मार्च विच हजूर दूसरे तीसरे दिन गुफा विचों बाहर निकलन लगे। भाई कुंदन सिंह ने एक दिन अर्ज की, हजूर दिन विच एक बार तां बाहर आके दर्शन दे दिया करो, बाहरों आउण वाली संगत बड़ी चिंता करती है। हजूर ने फरमाया, भजन विच बड़ा रस आउंदा है। भाई कुंदन सिंह, भाई देवा सिंह, भाई जिउन सिंह अते भाई केसर सिंह नूं फरमाया, तुसी भी भजन करिया करो। भजन विच जिहड़ा नाम दा रस मिलदा है ਉਹ ਦੁਨਿਆਵੀ ਰਸਾਂ ਨਾਲੋਂ ਬੜਾ ਰਸਦਾਇਕ ਹੁੰਦਾ ਹੈ। ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਅਤੇ ਤਨ ਵੀ ਸ਼ਾਂਤ ਰਹਿੰਦਾ ਹੈ। ਇੱਕ ਆਦਮੀ ਡੇਰੇ ਦੀ ਰਖਵਾਲੀ ਵਾਸਤੇ ਬਾਹਰ ਬੈਠੇ ਤੇ ਦੂਸਰੇ ਜ਼ਿਆਦਾ ਤੋਂ ਜ਼ਿਆਦਾ ਚਿਰ ਭਜਨ ਕਰਿਆ ਕਰੋ। ਇਸ ਤਰ੍ਹਾਂ ਸਮਝਾ ਬੁਝਾ ਕੇ ਹਜੂਰ ਫਿਰ ਗੁਫਾ ਵਿੱਚ ਚਲੇ ਗਏ। ਇਸ ਤਰ੍ਹਾਂ ਅੱਧਾ ਮਾਰਚ ਗੁਜ਼ਰ ਗਿਆ। ਮਾਰਚ ਦਾ ਤੀਸਰਾ ਹਫਤਾ ਸੀ। ਇੱਕ ਦਿਨ ਹਜੂਰ ਜੰਗਲ ਪਾਣੀ ਅਤੇ ਇਸ਼ਨਾਨ ਤੋਂ ਵਿਹਲੇ ਹੋ ਕੇ ਪਲੰਗ ਤੇ ਬਾਹਰ ਹੀ ਲੇਟ ਗਏ ਅਤੇ ਐਸੇ ਲੇਟੇ ਕਿ 1-2 ਦਿਨ ਤੱਕ ਕਿਧਰੇ ਰਹੇ। ਪੂਰੇ 8 ਦਿਨ ਲੰਘ ਗਏ ਅਤੇ ਹਜੂਰ ਨਾ ਉਠੇ। ਸਿਰਫ ਇੱਕ ਜਾਂ 2 ਵਾਰ ਦੇਹ ਵਿੱਚ ਆਉਂਦੇ। ਤੀਜੇ ਦਿਨ ਭਾਈ ਸਾਹਿਬ ਦੇਵਾ ਸਿੰਘ ਜੀ ਨੇ ਘਬਰਾ ਕੇ ਭਾਈ ਕੁੰਦਨ ਸਿੰਘ ਜੀ ਨਾਲ ਸਲਾਹ ਕਰਕੇ ਪਿੰਡ ਛੰਨੀ ਟੇਕਾ, ਤਲਾਵਾਂ ਚੰਦੀਆਂ ਅਤੇ ਹੋਰ ਸਭ ਸੰਗਤ ਨੂੰ ਚਿੱਠੀਆਂ ਲਿਖ ਦਿੱਤੀਆਂ ਕਿ ਸਤਿਗੁਰ ਜੀ ਚੋਲਾ ਬਦਲਣ ਵਾਲੇ ਹਨ, ਛੇਤੀ ਪਹੁੰਚ ਜਾਓ ਤੇ ਨੇੜੇ ਦੀ ਸੰਗਤ ਨੂੰ ਵੀ ਖਬਰ ਕਰ ਦਿਓ। ਬਾਬਾ ਗਰੀਬਦਾਸ ਜੀ ਨੂੰ ਦਿੱਲੀ ਤਾਰ ਦੇ ਦਿੱਤੀ ਕਿ ਸਤਿਗੁਰੂ ਕਈ ਦਿਨਾਂ ਤੋਂ ਬੇਦੇਹ ਪਏ ਨੇ, ਕੀ ਕੀਤਾ ਜਾਵੇ। ਉਹਨਾਂ ਜਵਾਬ ਦਿੱਤਾ ਕਿ ਸੰਤ ਇਸ ਵੇਲੇ ਅਨਾਮੀ ਦੇਸ਼ ਦੀ ਸੈਰ ਕਰ ਰਹੇ ਹਨ। ਫਿਕਰ ਵਾਲੀ ਕੋਈ ਗੱਲ ਨਹੀਂ। ਪਲੰਗ ਦੇ ਪਾਸ ਖੁਸ਼ਬੂਦਾਰ ਫੁੱਲ ਰੱਖਿਆ ਕਰੋ ਅਤੇ ਅਤਰ ਦੀ ਖੁਸ਼ਬੂ ਵੀ ਲਾਇਆ ਕਰੋ। ਸਵਾਮੀ ਜੀ ਦੀ ਬਾਣੀ ਵਿੱਚੋਂ ਉਤਾਰ ਚੜਾਅ ਦੀਆਂ ਆਰਤੀਆਂ ਦਾ ਪਾਠ ਕਰਿਆ ਕਰੋ। ਸੋ ਇਸ ਤਰ੍ਹਾਂ ਹੀ ਕਰਨ ਲੱਗੇ। ਖਤ ਲਿਖਣ ਤੇ ਬਹੁਤ ਸਾਰੀ ਸੰਗਤ ਡੇਰੇ ਆ ਗਈ। 8ਵੇਂ ਦਿਨ ਹਜੂਰ ਨੇ ਅੱਖ ਖੋਲੀ ਤਾਂ ਸਾਹਮਣੇ ਸੰਗਤ ਬੈਠੀ ਸੀ। ਭਾਈ ਸਾਹਿਬ ਦੇਵਾ ਸਿੰਘ ਜੀ ਨੇ ਕਿਹਾ, ਉਹ ਵੇਖੋ ਹਜੂਰ ਨੇ ਅੱਖ ਖੋਲੀ ਹੈ। ਸਭ ਸੰਗਤ ਹੱਥ ਬੰਨ ਕੇ ਖੜੀ ਹੋ ਗਈ। ਹਜੂਰ ਵੇਖ ਕੇ ਉੱਠ ਕੇ ਬਹਿ ਗਏ ਅਤੇ ਸੰਗਤ ਨੂੰ ਪੁੱਛਿਆ, ਤੁਸੀਂ ਇੰਨੇ ਸਾਰੇ ਕਿਸ ਤਰ੍ਹਾਂ ਇਕੱਠੇ ਹੋ ਗਏ ਜੇ। ਸੰਗਤ ਵਿੱਚ ਲਾਲ ਸਿੰਘ 72 ਚੱਕ, ਦੇਵਾ ਸਿੰਘ ਬੋਲਾ, ਭਾਈ ਹਾਕਮ ਸਿੰਘ ਜੋਹਲ ਪੈਲ, ਕੇਹਰ ਸਿੰਘ ਤੇ ਨੱਥਾ ਸਿੰਘ ਵੱਡੇ ਚੀਮੇ, ਬਾਬਾ ਮਲ ਸਿੰਘ ਜੀ ਸਾਧੂ, ਲక్ష్మణ ਸਿੰਘ ਪਿੰਡ ਛੰਨੀ ਟੇਕਾ, ਪਾਨ ਸਿੰਘ ਮਾਨਕਪੁਰਾ, ਭਾਈ ਰੋਡਾ ਸਿੰਘ ਧਬਲੀਵਾਲਾ, ਸੌਦਾਗਰ ਸਿੰਘ ਢਿਲਵਾ ਅਤੇ ਇਹਨਾਂ ਦੇ ਨਾਲ ਬਹੁਤ ਸਾਰੀ ਸੰਗਤ ਸੀ। ਇਹਨਾਂ ਵਿੱਚੋਂ ਭਾਈ ਰੋਡਾ ਸਿੰਘ ਜਿਹੜਾ ਅੱਗੇ ਖਲੋਤਾ ਸੀ, ਉਸਨੇ ਅਰਜ਼ ਕੀਤੀ, ਮਹਾਰਾਜ ਜੀ, ਭਾਈ ਸਾਹਿਬ ਦੇਵਾ ਸਿੰਘ ਜੀ ਨੇ ਖਤ ਲਿਖੇ ਸਨ ਕਿ ਮਹਾਰਾਜ ਜੀ ਚੋਲਾ ਛੱਡਣ ਵਾਲੇ ਹਨ, ਸਭ ਸੰਗਤ ਆਖਰੀ ਦਰਸ਼ਨ ਕਰ ਲਵੇ। ਤਾਂ ਹਜੂਰ ਨੇ ਫਰਮਾਇਆ, ਦੇਵਾ ਸਿੰਘ, ਤੈਨੂੰ ਕਿਸ ਨੇ ਆਖਿਆ ਸੀ ਕਿ ਸੰਗਤ ਨੂੰ ਖਤ ਲਿਖ। ਪਲੰਗ ਦੇ ਉੱਤੇ ਫੁੱਲ ਖਿਲਰੇ ਹੋਏ ਹਨ। ਮੈਂ ਜਿੱਥੇ ਗਿਆ ਹੋਇਆ ਸਾਂ ਉੱਥੇ ਤਾਂ ਇਸ ਸੁਗੰਧਤਾ ਦੀ ਧੂੜ ਵੀ ਨਹੀਂ ਪੁੱਜਦੀ ਤੇ ਤੁਸੀਂ ਮੇਰੇ ਕੋਲ ਪਾਠ ਕਿਉਂ ਕਰ ਰਹੇ ਸੋ। ਤਾਂ ਭਾਈ ਸਾਹਿਬ ਦੇਵਾ ਸਿੰਘ ਨੇ ਅਰਜ਼ ਕੀਤੀ, ਹਜੂਰ, ਜਦੋਂ ਤੁਸੀਂ 3 ਦਿਨ ਨਾ ਉੱਠੇ ਤਾਂ ਅਸੀਂ ਘਬਰਾ ਗਏ। ਕੁੰਦਨ ਸਿੰਘ ਨਾਲ ਸਲਾਹ ਕਰਕੇ ਸੰਗਤ ਨੂੰ ਖਤ ਲਿਖ ਦਿੱਤੇ ਕਿ ਸ਼ਾਇਦ ਹਜੂਰ ਹੁਣ ਨਾ ਉੱਠਣ। ਸੰਗਤ ਸਾਨੂੰ ਇਹ ਤਾਂ ਨਾ ਕਹੇਗੀ ਕਿ ਤੁਸੀਂ ਸਾਨੂੰ ਪਤਾ ਹੀ ਨਾ ਕੀਤਾ, ਇਸ ਲਈ ਕੋਈ ਪਰਸੋਂ ਤੇ ਕੋਈ ਕੱਲ ਆ ਗਿਆ। ਹਜੂਰ ਨੇ ਫਰਮਾਇਆ, ਪਾਠ ਕਿਉਂ ਕਰਦੇ ਸੋ। ਤਾਂ ਭਾਈ ਸਾਹਿਬ ਨੇ ਅਰਜ਼ ਕੀਤੀ, ਆਪ ਬਾਬਾ ਗਰੀਬਦਾਸ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਾਇਆ ਕਰਦੇ ਸੀ ਕਿ ਉਹ ਬੜੇ ਅਭਿਆਸੀ ਨੇ। ਉਹਨਾਂ ਦਿੱਲੀ ਵਿੱਚ ਡੇਰਾ ਬਣਾਇਆ ਹੋਇਆ ਹੈ। ਉਹਨਾਂ ਨੂੰ ਤਾਰ ਦਿੱਤੀ ਸੀ ਕਿ ਹਜੂਰ 3 ਦਿਨ ਤੋਂ ਬੇਦੇਹ ਪਏ ਹੋਏ ਨੇ, ਕੀ ਕੀਤਾ ਜਾਵੇ। ਉਹਨਾਂ ਫਰਮਾਇਆ ਸੀ ਕਿ ਇਹਨਾਂ ਪਾਸ ਖੁਸ਼ਬੂ ਖਿਲਾਰ ਛੱਡੋ, ਉਤਾਰ ਚੜਾਅ ਦੀਆਂ ਆਰਤੀਆਂ ਦਾ ਪਾਠ ਕਰਿਆ ਕਰੋ। ਸੋ ਅਸੀਂ ਤਾਂ ਪਾਠ ਕਰਦੇ ਸਾਂ। ਹਜੂਰ ਨੇ ਫਰਮਾਇਆ, ਸੰਤ ਕਦੀ ਇਸ ਤਰ੍ਹਾਂ ਕਰਦੇ ਨੇ ਕਿ ਬਿਨਾਂ ਦੱਸਿਆਂ ਚੋਲਾ ਛੱਡ ਦੇਣ। ਅਸੀਂ ਜਦੋਂ ਚੋਲਾ ਛੱਡਾਂਗੇ ਤਾਂ 10 ਦਿਨ ਪਹਿਲਾਂ ਤੁਹਾਨੂੰ ਕਹਿ ਦੇਵਾਂਗੇ ਕਿ ਸਭ ਸੰਗਤ ਨੂੰ ਖਬਰ ਕਰ ਦਿਓ।
ਫਿਰ ਕਦੀ ਅਸੀਂ ਇਸ ਤਰ੍ਹਾਂ ਬੇਦੇਹ ਹੋਏ ਤਾਂ ਖਬਰਦਾਰ ਕਿਸੇ ਨੂੰ ਨਾ ਬੁਲਾਣਾ। ਤਦ ਪਾਸ ਖਲੋਤੇ ਭਾਈ ਹਾਕਮ ਸਿੰਘ ਪਿੰਡ ਜੋਹਲ ਪਹਿਲ ਨੇ ਅਰਜ਼ ਕੀਤੀ, ਹਜੂਰ ਕਿਰਪਾ ਕਰਕੇ ਅਜੇ ਚੋਲਾ ਛੱਡਣ ਦੀ ਮੌਜ ਛੇਤੀ ਨਾ ਕਰਨਾ, ਸੰਗਤ ਨੂੰ ਕਾਫੀ ਚਿਰ ਦਰਸ਼ਨ ਹੋਣਾ ਚਾਹੀਦਾ ਹੈ। ਹਜੂਰ ਨੇ ਉਸ ਵੱਲ ਧਿਆਨ ਕਰਕੇ ਫਰਮਾਇਆ, ਕਿੰਨਾ ਚਿਰ ਹੋਰ ਦਰਸ਼ਨ ਚਾਹੁੰਦੇ ਜੇ? ਤਾਂ ਹਾਕਮ ਸਿੰਘ ਨੇ ਅਰਜ਼ ਕੀਤੀ, ਮਹਾਰਾਜ ਜੀ 40 ਸਾਲ ਹੋਰ ਦਰਸ਼ਨ ਦਿਓ। ਤਾਂ ਹਜੂਰ ਨੇ ਫਰਮਾਇਆ, ਬਹੁਤ ਅੱਛਾ, 40 ਸਾਲ ਤੁਸੀਂ ਬੇਫਿਕਰ ਰਹੋ, ਤੁਹਾਡੀ ਮੰਗ ਮਨਜ਼ੂਰ ਹੈ। ਤਾਂ ਸੰਗਤ ਬੜੀ ਖੁਸ਼ ਹੋਈ। ਚੇਤ ਦੀ ਮੱਸਿਆ ਨੇੜੇ ਹੀ ਸੀ, 3 ਦਿਨ ਬਾਕੀ ਸਨ। ਮੱਸਿਆ ਤੇ ਖੂਬ ਸਤਸੰਗ ਹੋਇਆ। ਅਗਲੇ ਦਿਨ ਸੰਵਤ ਦਾ ਸਤਸੰਗ ਸੁਣਾਇਆ। ਪਹਿਲਾਂ ਹਜੂਰ ਨੇ ਆਪਣੀ ਪਵਿੱਤਰ ਰਸਨਾ ਤੋਂ ਫਰਮਾਇਆ ਕਿ ਸੰਮਤ ਬਿਕਰਮੀ 1961 ਚੜਿਆ, ਸੰਤ ਦਇਆ ਕਰਨਗੇ। ਮੰਗਲਾਚਰਨ ਕੀਤਾ ਗਿਆ। ਇਸ ਤੋਂ ਬਾਅਦ ਪਾਠ ਕਰਨ ਦਾ ਹੁਕਮ ਦਿੱਤਾ। ਹਜੂਰ ਨੇ ਫਰਮਾਇਆ, ਪੋਥੀ ਕੱਢੋ ਤੇ ਉਹਦੇ ਵਿੱਚੋਂ ਇਸ ਸ਼ਬਦ ਨੂੰ ਪੜੋ, ਰਾਧਾ ਸੁਆਮੀ ਧਰਾ ਨਰ ਰੂਪ ਜਗਤ ਮੈਂ। ਤਾਂ ਭਾਈ ਸਾਹਿਬ ਕੁੰਦਨ ਸਿੰਘ ਨੇ ਪੋਥੀ ਕੱਢੀ। ਭਾਈ ਸਾਹਿਬ ਦੇ ਨਾਲ ਭਾਈ ਦੇਵਾ ਸਿੰਘ ਨੇ ਬੜੀ ਲੈਅ ਨਾਲ ਇਹ ਸ਼ਬਦ ਪੜਨਾ ਸ਼ੁਰੂ ਕੀਤਾ। ਬਚਨ ਪਹਿਲਾ, ਸ਼ਬਦ ਦੂਸਰਾ, ਰਾਧਾ ਸੁਆਮੀ ਧਰਾ ਨਰ ਰੂਪ ਜਗਤ ਮੈਂ, ਗੁਰ ਹੋਏ ਜੀਵ ਚਿਤਾਏ। ਹਜੂਰ ਅਰਥ ਫਰਮਾਉਣ ਲੱਗੇ। ਹਜੂਰ ਸਵਾਮੀ ਜੀ ਮਹਾਰਾਜ ਫਰਮਾਉਂਦੇ ਨੇ, ਇਹ ਮਰਿਆਦਾ ਚਲੀ ਆਉਂਦੀ ਸੀ ਕਿ ਜਦ ਹਜੂਰ ਅਰਥ ਕਰਨ ਲੱਗਦੇ, ਪਹਿਲਾ ਸ਼ਬਦ ਆਪਣੀ ਪਵਿੱਤਰ ਰਸਨਾ ਵਿੱਚੋਂ ਬੋਲਦੇ ਤਾਂ ਸਾਰੀ ਸੰਗਤ ਸਿਰ ਨਿਵਾ ਦਿੰਦੀ। ਇਸ ਤਰ੍ਹਾਂ ਕੀਤਾ ਗਿਆ। ਅਨਾਮੀ ਪੁਰਸ਼ ਜਦੋਂ ਕਿ ਉਹ ਆਪ ਹੀ ਆਪ ਸੀ ਤਾਂ ਉਸ ਦਾ ਕੋਈ ਨਾਮ ਨਹੀਂ ਸੀ। ਜਦੋਂ ਉਹ ਪ੍ਰਗਟ ਹੋ ਕੇ ਮੰਡਲ ਬਣਾ ਕੇ ਆਪਣਾ ਸਿੰਘਾਸਨ ਤਖਤ ਬਣਾ ਕੇ ਰੂਪ ਧਾਰਨ ਕਰਕੇ ਬੈਠ ਗਿਆ ਤਾਂ ਉਸ ਦੇਸ਼ ਵਿੱਚ ਹੰਸ ਪੈਦਾ ਕੀਤੇ। ਹੰਸਾਂ ਨੇ ਉਸ ਨੂੰ ਸਵਾਮੀ ਜੀ ਕਹਿਣਾ ਸ਼ੁਰੂ ਕੀਤਾ ਤਾਂ ਉਸ ਦਾ ਨਾਮ ਸਵਾਮੀ ਹੋ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ ਕਿ ਉੱਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ। ਉਸ ਨੂੰ ਸਾਰਿਆਂ ਸੰਤਾਂ ਮਹਾਤਮਾ ਸਵਾਮੀ ਕਿਹਾ ਹੈ। ਜਿਸ ਤਰ੍ਹਾਂ ਇੱਕ ਆਦਮੀ ਹੁੰਦਾ ਹੈ, ਜਦ ਤੱਕ ਉਸ ਦਾ ਕੋਈ ਲੜਕਾ ਨਹੀਂ ਹੁੰਦਾ ਤਦ ਤੱਕ ਉਸ ਨੂੰ ਬਾਪ ਕੋਈ ਨਹੀਂ ਕਹਿੰਦਾ। ਜਦ ਲੜਕਾ ਹੋਇਆ ਤਾਂ ਉਸ ਨੂੰ ਬਾਪ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦ ਅਨਾਮੀ ਪੁਰਸ਼ ਆਪਣੇ ਆਪ ਵਿੱਚ ਗੁਪਤ ਸੀ ਤਾਂ ਉਹ ਅਨਾਮੀ ਸੀ, ਕੇਵਲ ਆਪ ਹੀ ਆਪ ਸੀ। ਉਹਨੂੰ ਸਵਾਮੀ ਕਹਿਣ ਵਾਲਾ ਕੋਈ ਨਹੀਂ ਸੀ। ਜਦੋਂ ਉਹ ਰੂਪ ਧਾਰ ਕੇ ਮੰਡਲ ਬਣਾ ਕੇ ਉਸ ਮੰਡਲ ਵਿੱਚ ਹੰਸ ਬਣਾ ਕੇ ਪ੍ਰਗਟ ਹੋ ਬੈਠਾ ਤਾਂ ਉਹਦਾ ਨਾਮ ਸਵਾਮੀ ਰੱਖਿਆ ਗਿਆ। ਇਹ ਰਚਨਾ ਹੁਕਮ ਦੀ ਰਚਨਾ ਹੈ। ਹੁਕਮ ਹੁੰਦਿਆਂ ਹੀ ਸਭ ਕੁਝ ਹੋ ਜਾਂਦਾ ਹੈ। ਕੋਈ ਦੇਰ ਨਹੀਂ ਲੱਗਦੀ, 1 ਮਿੰਟ ਦੀ ਵੀ ਦੇਰ ਨਹੀਂ ਹੁੰਦੀ। ਇਸ ਤਰ੍ਹਾਂ ਜਾਪਦਾ ਹੈ ਕਿ ਇਹ ਸਭ ਕੁਝ ਪਹਿਲਾਂ ਹੀ ਬਣਿਆ ਹੋਇਆ ਸੀ। ਉਹ ਸਵਾਮੀ ਸੰਸਾਰ ਵਿੱਚ ਪ੍ਰਗਟ ਹੋਇਆ। ਬਾਣੀ ਬੋਲੀ, ਇਹ ਉਹਨਾਂ ਦੀ ਬਾਣੀ ਹੈ। ਫਰਮਾਉਂਦੇ ਨੇ, ਰਾਧਾ ਸੁਆਮੀ ਅਥਵਾ ਹੰਸਾਂ ਦੇ ਸੁਆਮੀ ਨੇ ਸੰਸਾਰ ਵਿੱਚ ਅਨਾਮੀ ਦਾ ਰੂਪ ਧਾਰਨ ਕੀਤਾ। ਗੁਰੂ ਰੂਪ ਧਾਰਨ ਕਰਕੇ ਜਗਤ ਵਿੱਚ ਜੀਵਾਂ ਨੂੰ ਚਿਤਾਉਣ ਵਾਸਤੇ ਪ੍ਰਗਟ ਹੋਏ। ਆਦਮੀ ਨੂੰ ਆਦਮੀ ਦੀ ਬੋਲੀ ਦੀ ਸਮਝ ਆ ਸਕਦੀ ਹੈ। ਇਸ ਲਈ ਮਾਲਕ ਨੇ ਜੀਵਾਂ ਨੂੰ ਅਤੀ ਦੁਖੀ ਵੇਖ ਕੇ ਦਇਆ ਕਰਕੇ ਆਦਮੀ ਦਾ ਚੋਲਾ ਪਹਿਨਿਆ ਅਤੇ ਸਮਝਾਇਆ ਕਿ ਇਹ ਤੁਹਾਡਾ ਦੇਸ਼ ਨਹੀਂ। ਜਦੋਂ ਸੰਸਾਰ ਨਹੀਂ ਸੀ, ਇਹ ਰਚਨਾ ਹੈ ਨਹੀਂ ਸੀ। ਤੁਸੀਂ ਉਸ ਵਕਤ ਵੀ ਹੈਗੇ ਸੀ ਅਤੇ ਅਨਾਮੀ ਪੁਰਸ਼ ਵਿੱਚ ਗੁਪਤ ਸੋ। ਉਹ ਤੁਹਾਡਾ ਦੇਸ਼ ਹੈ ਜਿੱਥੇ ਨਾ ਕੋਈ ਦੁੱਖ ਹੈ ਤੇ ਨਾ ਕੋਈ ਤਕਲੀਫ ਹੈ। ਨਾਮ ਲੈ ਕੇ ਭਜਨ ਕਰਕੇ ਉਸ ਦੇਸ਼ ਵਿੱਚ ਪਹੁੰਚੋ ਅਤੇ ਸਦਾ ਵਾਸਤੇ ਮੁਕਤ ਹੋ ਜਾਓ। ਭਾਈ ਅਖੇ, ਇਹ ਹਜੂਰ ਦਾ ਇਸ਼ਾਰਾ ਹੁੰਦਾ ਸੀ ਕਿ ਅੱਗੇ ਪਾਠ ਕੀਤਾ ਜਾਵੇ। ਤਾਂ ਪਾਠੀਆਂ ਨੇ ਅੱਗੇ ਪੜਿਆ, ਜਿਨ ਜਿਨ ਮਾਨਾ ਬਚਨ ਸਮਝ ਕੇ ਤਿਨਕੋ ਸੰਗ ਲਗਾਏ। ਫਰਮਾਇਆ ਕਿ ਜਿਸ ਜਿਸ ਜੀਵ ਨੇ ਸੰਤਾਂ ਦੇ ਬਚਨ ਨੂੰ ਸਮਝਿਆ ਕਿ ਇਹ ਸਾਡੇ ਹਿੱਤ ਵਾਸਤੇ ਕਹਿੰਦੇ ਹਨ, ਸੰਤਾਂ ਦੇ ਬਚਨ ਨੂੰ ਮੰਨਿਆ, ਤਾਂ ਸੰਤ ਉਹਨੂੰ ਆਪਣੇ ਨਾਲ ਆਪਣੇ ਦੇਸ਼ ਵਿੱਚ ਲੈ ਜਾਂਦੇ ਹਨ। ਸਦਾ ਵਾਸਤੇ ਸੁਖ ਅਸਥਾਨ ਤੇ ਪਹੁੰਚਾ ਦਿੰਦੇ ਹਨ, ਜਿੱਥੇ ਸੁਖ ਹੀ ਸੁਖ ਹੈ। ਦੁੱਖ ਕਿਸ ਨੂੰ ਕਹਿੰਦੇ ਨੇ, ਕੋਈ ਜਾਣਦਾ ਤੱਕ ਨਹੀਂ। ਕਰ ਸਤਸੰਗ ਸਾਰ ਰਸ ਪਾਇਆ, ਪੀ ਪੀ ਤ੍ਰਿਪਤ ਅਗਾਏ। ਜਿਨ੍ਹਾਂ ਜੀਵਾਂ ਨੇ ਸਤਿਗੁਰ ਦਾ ਸਤਸੰਗ ਕੀਤਾ ਤੇ
ਤੇ ਸਤਸੰਗ ਦੇ ਬਚਨ ਸੁਣੇ ਅਤੇ ਉਹਨਾਂ ਤੇ ਅਮਲ ਕਰਕੇ ਭਜਨ ਕੀਤਾ, ਉਹਨਾਂ ਨੂੰ ਸ਼ਬਦ ਦਾ ਰਸ ਪ੍ਰਾਪਤ ਹੋਇਆ, ਜਿਸ ਦੀ ਬਾਬਤ ਤੀਸਰੀ ਪਾਤਸ਼ਾਹੀ ਨੇ ਫਰਮਾਇਆ ਹੈ, ਨਾਮੇ ਹੀ ਤੇ ਸਭ ਕੁਛ ਹੋਵਾ, ਬਿਨ ਸਤਗੁਰ ਨਾਮ ਨਾ ਜਾਪੇ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਮਦ ਨਾ ਜਾਪੇ। ਫਰਮਾਉਂਦੇ ਹਨ ਕਿ ਨਾਮ ਸ਼ਬਦ ਤੋਂ ਕੁੱਲ ਰਚਨਾ ਤਿੰਨਾਂ ਲੋਕਾਂ ਦੀ ਹੋਈ। ਖੰਡ ਬ੍ਰਹਮੰਡ ਸ਼ਬਦ ਤੋਂ ਪੈਦਾ ਹੋਏ। ਜੀਵ ਜੰਤ 84 ਲੱਖ ਜੂਨ ਸਭ ਰਚਨਾ ਸ਼ਬਦ ਤੋਂ ਪੈਦਾ ਹੋਈ। ਜੋ ਕੁਝ ਵੀ ਨਜ਼ਰ ਆ ਰਿਹਾ ਹੈ ਉਸ ਨਾਮ ਦਾ ਪਤਾ ਬਿਨਾਂ ਸਤਿਗੁਰ ਦੇ ਨਹੀਂ ਲੱਗਦਾ। ਉਹ ਨਾਮ ਜੋ ਸਤਿਗੁਰ ਤੋਂ ਪ੍ਰਾਪਤ ਹੁੰਦਾ ਹੈ, ਉਸ ਨਾਮ ਦਾ ਰਸ ਮਹਾ ਮਿੱਠਾ ਹੈ। ਜੋ ਚਖੇਗਾ ਉਹ ਜਾਣੇਗਾ। ਇਹ ਗੂੰਗੇ ਦੀ ਮਠਿਆਈ ਹੈ। ਜਿਸ ਤਰ੍ਹਾਂ ਗੂੰਗਾ ਮਠਿਆਈ ਖਾ ਕੇ ਖੁਸ਼ ਹੁੰਦਾ ਹੈ, ਪਰ ਜ਼ੁਬਾਨੋਂ ਕੁਝ ਨਹੀਂ ਕਹਿ ਸਕਦਾ ਕਿ ਇਹਦਾ ਰਸ ਕੈਸਾ ਹੈ, ਇਸੇ ਤਰ੍ਹਾਂ ਉਸ ਨਾਮ ਦਾ ਰਸ ਬਿਆਨ ਕਰਨ ਤੋਂ ਜ਼ੁਬਾਨ ਆजिज है। फरीद साहिब ने फरमाया है, शक्कर खंड निवात गुड़ माखियो माझा दुध, सभे वस्त मिठियां रब न पूजन तुद। शक्कर खंड मिश्री गुड़ शहद ते मझ दा दुध मिठा हुंदा है, पर रब दे रस जही कोई चीज भी मिठी नहीं हुंदी। उस रस नू जिस जिसने पीता है ਉਹ ਤ੍ਰਿਪਤ ਹੋ ਗਿਆ ਹੈ। ਉਸ ਨੂੰ ਜਗਤ ਦੇ ਭੋਗ ਪਦਾਰਥਾਂ ਤੇ ਰਸਾਂ ਦੀ ਚਾਹ ਨਾ ਰਹੀ। ਮਾਨ ਵਡਿਆਈ ਇੱਜ਼ਤ ਅਹੁਦੇ ਦੀ ਲੋੜ ਨਾ ਰਹੀ। ਉਹ ਨਾਮ ਦੇ ਰਸ ਨਾਲ ਤ੍ਰਿਪਤ ਹੋ ਗਿਆ। ਗੁਰ ਸੰਗ ਪ੍ਰੀਤ ਕਰੀ ਉਨ ਐਸੀ, ਜਸ ਚਕੋਰ ਚੰਦਾਏ। ਫਰਮਾਉਂਦੇ ਹਨ ਕਿ ਨਾਮ ਦਾ ਰਸ ਜਿਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ, ਉਹ ਸਤਿਗੁਰ ਨਾਲ ਇਸ ਤਰ੍ਹਾਂ ਪ੍ਰੀਤ ਕਰਦੇ ਹਨ ਜਿਸ ਤਰ੍ਹਾਂ ਚਕੋਰ ਚੰਦ ਨਾਲ ਪ੍ਰੀਤ ਕਰਦਾ ਹੈ। ਜਦੋਂ ਚੰਦ ਚੜਦਾ ਹੈ ਤਾਂ ਚਕੋਰ ਉਸ ਨੂੰ ਟਿਕਟਕੀ ਲਗਾ ਕੇ ਵੇਖਣ ਲੱਗ ਪੈਂਦਾ ਹੈ। ਜਦੋਂ ਚੰਦ ਸਿਰ ਤੇ ਆ ਜਾਂਦਾ ਹੈ, ਉਹਦੀਆਂ ਅੱਖਾਂ ਫਿਰ ਵੀ ਉਧਰ ਲੱਗੀਆਂ ਰਹਿੰਦੀਆਂ ਹਨ। ਜਦੋਂ ਚੰਦ ਢਲ ਜਾਂਦਾ ਹੈ, ਪਰ ਉਹ ਉਸੇ ਤਰ੍ਹਾਂ ਧੌਣ ਪਿਛਾਂਹ ਨੂੰ ਕਰਕੇ ਵੇਖਦਾ ਹੈ ਤਾਂ ਉਹ ਡਿੱਗ ਪੈਂਦਾ ਹੈ, ਫਿਰ ਉੱਠ ਕੇ ਵੇਖਣ ਲੱਗ ਪੈਂਦਾ ਹੈ। ਜਦ ਚੰਦ ਛੁਪ ਜਾਂਦਾ ਹੈ ਤਾਂ ਉਹ ਉਹਨੂੰ ਲੱਭਦਾ ਹੈ। ਲੱਭਦਿਆਂ ਲੱਭਦਿਆਂ ਜੇ ਉਹਨੂੰ ਅੱਗ ਦਾ ਅੰਗਿਆਰ ਜਾਂ ਮਗਦਾ ਕੋਲਾ ਦਿਸ ਪਵੇ ਤਾਂ ਉਹ ਉਹਨੂੰ ਚੰਦ ਸਮਝ ਕੇ ਪ੍ਰੀਤ ਨਾਲ ਖਾ ਜਾਂਦਾ ਹੈ। ਉਹ ਅੱਗ ਉਹਨੂੰ ਸਾੜਦੀ ਨਹੀਂ। ਇਹ ਹੈ ਚਕੋਰ ਦੀ ਪ੍ਰੀਤ। ਜਿਸ ਨੇ ਸਤਿਗੁਰ ਨਾਲ ਅਜਿਹੀ ਪ੍ਰੀਤ ਕੀਤੀ, ਉਸ ਨੂੰ ਨਾਮ ਦਾ ਰਸ ਪ੍ਰਾਪਤ ਹੋਇਆ। ਗੁਰ ਬਿਨ ਕਲ ਨਹੀਂ ਪੜਤ ਘੜੀ, ਇੱਕ ਦਮ ਦਮ ਮਨ ਉਕਲਾਏ। ਜਿਸ ਤਰ੍ਹਾਂ ਚਕੋਰ ਨੂੰ ਚੰਦ ਤੋਂ ਬਗੈਰ ਸ਼ਾਂਤੀ ਨਹੀਂ ਮਿਲਦੀ, ਇਸੇ ਤਰ੍ਹਾਂ ਸਤਿਗੁਰ ਦੇ ਪ੍ਰੇਮੀ ਨੂੰ ਵੀ ਸਤਿਗੁਰ ਤੋਂ ਬਿਨਾਂ ਸ਼ਾਂਤੀ ਨਹੀਂ ਮਿਲਦੀ। ਜਦ ਸਤਿਗੁਰ ਦਾ ਦਰਸ਼ਨ ਨਹੀਂ ਹੁੰਦਾ ਤਾਂ ਉਹਦਾ ਮਨ ਵਿੱਚ ਦੁਖੀ ਹੁੰਦਾ ਹੈ। ਆਪਣੇ ਅੰਦਰ ਸਤਿਗੁਰ ਦਾ ਧਿਆਨ ਕਰਦਾ ਹੈ ਅਤੇ ਪ੍ਰਾਰਥਨਾ ਕਰਦਾ ਹੈ ਕਿ हे ਸਤਿਗੁਰੂ, ਕਿਰਪਾ ਕਰਕੇ ਦਰਸ਼ਨ ਦਿਓ। ਜਬ ਗੁਰ ਦਰਸ਼ਨ ਮਿਲੇ ਭਾਗ ਸੇ, ਮਗਨ ਹੋਤ ਜਸ ਬਛੜਾ ਗਾਏ। ਜਦ ਐਸੇ ਪ੍ਰੇਮੀ ਨੂੰ ਚੰਗੇ ਭਾਗਾਂ ਨਾਲ ਸਤਿਗੁਰ ਦੇ ਦਰਸ਼ਨ ਹੁੰਦੇ ਹਨ ਤਾਂ ਉਹ ਬੜਾ ਖੁਸ਼ ਹੁੰਦਾ ਹੈ। ਜਿਸ ਤਰ੍ਹਾਂ ਵੱਛਾ ਜਦ ਗਾਂ ਦਾ ਦੁੱਧ ਚੁੰਗਦਾ ਹੈ ਤਾਂ ਖੁਸ਼ ਹੋ ਕੇ ਪੂੰਛ ਮਾਰਦਾ ਹੈ, ਸਿਰ ਮਾਰਦਾ ਹੈ, ਇਸ ਤਰ੍ਹਾਂ ਉਹ ਵੀ ਮਨ ਵਿੱਚ ਖੁਸ਼ ਹੁੰਦਾ ਹੈ। ਐਸੀ ਪ੍ਰੀਤ ਲਗੀ ਜਿਨ ਗੁਰਮੁਖ, ਸੋ ਸੋ ਗੁਰ ਅਪਨਾਏ। ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰ ਨਾਲ ਚਕੋਰ ਅਤੇ ਵੱਛੇ ਜਿਹੀ ਪ੍ਰੀਤ ਕੀਤੀ, ਸਤਿਗੁਰ ਨੂੰ ਹੀ ਆਪਣਾ ਸਭ ਕੁਝ ਸਮਝਿਆ ਤੇ ਆਪ ਸਤਿਗੁਰ ਦੇ ਹੋ ਗਏ। ਅਤੇ ਜੋ ਸਤਿਗੁਰ ਤੋਂ ਬਿਨਾਂ ਕਿਸੇ ਨਾਲ ਪ੍ਰੀਤ ਨਹੀਂ ਕਰਦੇ, ਸਤਿਗੁਰ ਉਹਨਾਂ ਨੂੰ ਆਪਣਾ ਬਣਾ ਲੈਂਦਾ ਹੈ। ਜਿਸ ਤਰ੍ਹਾਂ ਬਾਪ ਦੇ ਪਿੱਛੇ ਉਹਦੀ ਜਾਇਦਾਦ ਦਾ ਮਾਲਿਕ ਉਹਦਾ ਪੁੱਤਰ ਹੁੰਦਾ ਹੈ, ਇਸੇ ਤਰ੍ਹਾਂ ਸਤਿਗੁਰ ਉਹਨੂੰ ਆਪਣੇ ਦੇਸ਼ ਲਿਜਾ ਕੇ ਨਾਮ ਧਨ ਦਾ ਭੰਡਾਰ ਸੌਂਪ ਦਿੰਦਾ ਹੈ। ਉਹ ਨਾਮ ਦਾ ਰਸ ਪੀ ਪੀ ਕੇ ਤ੍ਰਿਪਤ ਰਹਿੰਦਾ ਹੈ ਤੇ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ। ਤਨ ਕੀ ਲਗਨ ਭੋਗ ਇੰਦਰੀ ਕੇ ਛਿਨ ਮੇ ਬਿਸਰਾਈ। ਜਿਸ ਤਰ੍ਹਾਂ ਦੁਨੀਆ ਦੇ ਲੋਕ ਆਪਣੇ ਸਰੀਰ ਵਾਸਤੇ ਹੀ ਸਭ ਕੁਝ ਕਰਦੇ ਹਨ, ਚੰਗੇ ਪਦਾਰਥ, ਫਲ, ਦੁੱਧ, ਘਿਓ ਖਾਂਦੇ ਹਨ, ਆਪਣੇ ਸਰੀਰ ਨੂੰ ਸੁਖੀ ਅਤੇ ਤੰਦਰੁਸਤ ਰੱਖਣ ਵਾਸਤੇ ਦਵਾਈਆਂ ਖਾਂਦੇ ਹਨ, ਜਿਸਮ ਦੇ ਸੁਖ ਵਾਸਤੇ ਚੰਗੇ ਕੱਪੜੇ ਪਹਿਨਦੇ ਹਨ, ਜਿਸਮ ਨੂੰ ਨਹਾਉਂਦੇ ਹਨ, ਚੰਗੇ ਮਕਾਨ ਪਾਉਂਦੇ ਹਨ ਤਾਂ ਜੋ ਸੰਸਾਰ ਵਿੱਚ ਇਸ ਜਿਸਮ ਨੂੰ ਸੁਖੀ ਰੱਖਿਆ ਜਾਵੇ।
ਗੁਰਮੁਖਾਂ ਨੂੰ ਇਸ ਤਰ੍ਹਾਂ ਆਪਣੇ ਤਨ ਦੀ ਲਗਨ ਨਹੀਂ ਰਹਿੰਦੀ, ਸਰੀਰ ਨਾਲ ਪਿਆਰ ਨਹੀਂ ਰਹਿੰਦਾ, ਇੰਦਰੀ ਦੇ ਭੋਗਾਂ ਦੀ ਖਾਹਿਸ਼ ਨਹੀਂ ਰਹਿੰਦੀ। ਜਿਸ ਤਰ੍ਹਾਂ ਅੱਗ ਉਤੇ ਪਾਣੀ ਪਾਉਂਦਿਆਂ ਹੀ ਉਹ ਬੁਝ ਜਾਂਦੀ ਹੈ, ਇਸੇ ਤਰ੍ਹਾਂ ਨਾਮ ਦਾ ਰਸ ਪੀਂਦਿਆਂ ਹੀ ਸਾਰੀਆਂ ਖਾਹਿਸ਼ਾਂ ਮਿਟ ਜਾਂਦੀਆਂ ਹਨ। ਖਾਹਿਸ਼ਾਂ ਕਰਕੇ ਹੀ ਸੰਸਾਰ ਦੁਖੀ ਹੈ। ਖਾਹਿਸ਼ ਮਿਟ ਜਾਣ ਤੇ ਗੁਰਮੁਖ ਸੁਖੀ ਹੋ ਜਾਂਦੇ ਹਨ। ਇਹ ਹੈ ਨਾਮ ਦੇ ਰਸ ਦਾ ਸੰਸਾਰ। ਇਹ ਹੈ ਨਾਮ ਦੇ ਰਸ ਦਾ ਸੰਸਾਰ ਵਿੱਚ ਫਾਇਦਾ। ਸੰਸਾਰ ਤੋਂ ਜਾਣ ਪਿੱਛੋਂ, ਚੋਲਾ ਛੱਡਣ ਪਿੱਛੋਂ ਜਿਹੜਾ ਸੁਖ ਮਿਲਦਾ ਹੈ, ਉਹ ਸੁਖ ਦੀ ਤਾਂ ਮਹਿਮਾ ਹੀ ਨਹੀਂ ਕਹੀ ਜਾ ਸਕਦੀ। ਗੁਰ ਕੀ ਸੂਰਤ ਬਸੀ ਹਿਏ ਮੈਂ, ਆਨ ਪਹਿਰ ਗੁਰ ਸੰਗ ਰਹਾਏ। ਉਹਨਾਂ ਦੇ ਹਿਰਦੇ ਵਿੱਚ ਗੁਰੂ ਦੀ ਮੂਰਤ ਵਸ ਜਾਂਦੀ ਹੈ। ਉਹਨਾਂ ਨੂੰ ਹਰ ਇੱਕ ਜੀਵ ਅਤੇ ਪਸ਼ੂ ਪੰਛੀ ਦੇ ਅੰਦਰ ਵੀ ਸਤਿਗੁਰ ਹੀ ਨਜ਼ਰ ਆਉਂਦਾ ਹੈ। ਇਸ ਵਾਸਤੇ ਕਬੀਰ ਸਾਹਿਬ ਨੇ ਫਰਮਾਇਆ ਹੈ, ਕਬੀਰ ਹਮ ਸਭ ਗੁਰੂ ਕੀਆ, ਪਸ਼ੂ ਪੰਛੀ ਬਨ ਰਾਏ। ਫਰਮਾਉਂਦੇ ਹਨ ਕਿ ਅਸਾਂ ਪਸ਼ੂਆਂ, ਪੰਛੀਆਂ, ਸਭ ਜਾਨਵਰਾਂ ਅਤੇ ਬਨਸਪਤੀਆਂ ਨੂੰ ਗੁਰੂ ਸਮਝ ਲਿਆ ਹੈ। ਹਰ ਇੱਕ ਵਿੱਚ ਮੇਰਾ ਸਤਿਗੁਰ ਹੈ। ਇਸੇ ਤਰ੍ਹਾਂ ਗੁਰਮੁਖ ਹਰ ਇੱਕ ਵਿੱਚ ਗੁਰੂ ਵੇਖਦਾ ਹੈ। ਉਹ ਕਿਸੇ ਨਾਲ ਵੈਰ ਵਿਰੋਧ ਤੇ ਈਰਖਾ ਨਹੀਂ ਰੱਖਦਾ, ਕਿਸੇ ਨੂੰ ਬੁਰੀ ਨਜ਼ਰ ਨਾਲ ਨਹੀਂ ਵੇਖਦਾ, ਹਰ ਇੱਕ ਦਾ ਆਦਰ ਕਰਦਾ ਹੈ ਤੇ ਹਰ ਇੱਕ ਨਾਲ ਪਿਆਰ ਕਰਦਾ ਹੈ। ਅਸ ਗੁਰੂ ਭਗਤ ਕਰੀ ਜਿਨ ਤੋਰੀ, ਸੋ ਸੋ ਨਾਮ ਸਮਾਏ। ਜਿਨ੍ਹਾਂ ਗੁਰਮੁਖਾਂ ਨੇ ਇਸ ਤਰ੍ਹਾਂ ਗੁਰੂ ਦੀ ਭਗਤੀ ਕੀਤੀ ਤੇ ਗੁਰੂ ਨਾਲ ਪ੍ਰੀਤ ਕੀਤੀ, ਉਹ ਜਦੋਂ ਚੋਲਾ ਛੱਡਦੇ ਹਨ ਤਾਂ ਨਾਮ ਅਥਵਾ ਸ਼ਬਦ ਵਿੱਚ ਜਾ ਕੇ ਸਮਾ ਜਾਂਦੇ ਹਨ ਤੇ ਮਾਲਕ ਵਿੱਚ ਲੀਨ ਹੋ ਜਾਂਦੇ ਹਨ। ਉਹਨਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਸੁਆਂਤ ਬੂੰਦ ਜਸ ਰਟਤ ਪਪੀਹਾ, ਅਸ ਤੁਨ ਨਾਮ ਲਗਾਏ। ਜਿਸ ਤਰ੍ਹਾਂ ਪਪੀਹੇ ਨੂੰ ਸੁਆਂਤ ਬੂੰਦ ਦੀ ਚਾਹ ਹੁੰਦੀ ਹੈ, ਉਹ ਪਿਉ ਪਿਉ ਪੁਕਾਰਦਾ ਹੈ। ਮਾਲਕ ਉਸ ਦੀ ਪ੍ਰਾਰਥਨਾ ਸੁਣ ਕੇ ਬਾਰਿਸ਼ ਕਰਦਾ ਹੈ। ਉਹ ਆਸਮਾਨ ਤੋਂ ਡਿੱਗਦਾ ਹੋਇਆ ਪਾਣੀ ਪੀਂਦਾ ਹੈ, ਜ਼ਮੀਨ ਦਾ ਪਾਣੀ ਨਹੀਂ ਪੀਂਦਾ, ਭਾਵੇਂ ਉਹ ਮੀਂਹ ਦਾ ਹੀ ਕਿਉਂ ਨਾ ਹੋਵੇ। ਇਸ ਤਰ੍ਹਾਂ ਗੁਰਮੁਖ ਨਾਮ ਧਨ ਦਾ ਰਸ ਲੈਂਦਾ ਹੈ, ਦੁਨਿਆਵੀ ਰਸਾਂ ਦੀ ਖਾਹਿਸ਼ ਨਹੀਂ ਰੱਖਦਾ। ਜੋ ਰਸ ਦੁਨੀਆ ਵਾਸਤੇ ਸਵਾਦੀ ਹਨ, ਉਹ ਨਾਮ ਦੇ ਰਸੀਏ ਵਾਸਤੇ ਫਿੱਕੇ ਹਨ। ਨਾਮ ਪ੍ਰਤਾਪ ਸੁਰਤ ਅਬ ਜਾਗੀ, ਤਬ ਘਟ ਸ਼ਬਦ ਸੁਨਾਏ। ਜਦੋਂ ਗੁਰਮੁਖਾਂ ਨੂੰ ਨਾਮ ਦਾ ਰਸ ਮਿਲਦਾ ਹੈ ਤਾਂ ਸੰਸਾਰੀ ਖਾਹਿਸ਼ਾਂ ਨਹੀਂ ਰਹਿੰਦੀਆਂ। ਸੁਰਤ ਜਾਗਦੀ ਹੈ ਤੇ ਸੁਰਤ ਆਤਮਾ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਮੇਰਾ ਦੇਸ਼ ਨਹੀਂ ਹੈ, ਇਹ ਤਾਂ ਮਨ ਮਾਇਆ ਦੀ ਰਚਨਾ ਹੈ। ਮੇਰਾ ਦੇਸ਼ ਤਾਂ ਸਤਪੁਰਸ਼ ਅਤੇ ਅਨਾਮੀ ਪੁਰਸ਼ ਦਾ ਦੇਸ਼ ਹੈ। ਇਸ ਲਈ ਉਹ ਦੁਨੀਆ ਵਿੱਚ ਤੁਰਦਾ ਫਿਰਦਾ, ਸੌਂਦਾ ਜਾਗਦਾ, ਖਾਂਦਾ ਪੀਂਦਾ, ਆਪਣੇ ਅੰਦਰ ਸ਼ਬਦ ਨੂੰ ਸੁਣਦਾ ਰਹਿੰਦਾ ਹੈ। ਕੇਵਲ ਗੁਰਮੁਖ ਹੀ ਜਾਗਦਾ ਹੈ, ਬਾਕੀ ਸਭ ਸੰਸਾਰ ਸੁੱਤਾ ਹੈ। ਜਿਸ ਤਰ੍ਹਾਂ ਕਬੀਰ ਸਾਹਿਬ ਨੇ ਕਿਹਾ ਹੈ, ਭੋਲੀ ਮਾਲਣੀ ਹੈ ਏਓ, ਸਤਗੁਰ ਜਾਗਦਾ ਹੈ ਦਿਓ। ਜਿਸ ਤਰ੍ਹਾਂ ਮਾਲਣ ਫੁੱਲ ਚੁੰਦੀ ਹੈ, ਮੂਰਤੀ ਤੇ ਚੜਾਉਂਦੀ ਹੈ ਅਤੇ ਆਪਣੇ ਕੰਮ ਵਿੱਚ ਮਗਨ ਰਹਿੰਦੀ ਹੈ, ਇਸੇ ਤਰ੍ਹਾਂ ਸੰਸਾਰੀ ਜੀਵ ਮਾਇਆ ਦੇ ਸੁੱਖ ਇਕੱਠੇ ਕਰਦੇ ਹਨ। ਸਾਰਾ ਸੰਸਾਰ ਮਾਇਆ ਦੇ ਰਸਾਂ ਵਿੱਚ ਮਗਨ ਰਹਿੰਦਾ ਹੈ। ਉਹਨਾਂ ਨੂੰ ਸੱਚੇ ਸੁੱਖਾਂ ਦਾ ਪਤਾ ਹੀ ਨਹੀਂ ਹੁੰਦਾ ਕਿ ਸੱਚ ਕੀ ਹੈ ਅਤੇ ਉਹਦਾ ਸੁੱਖ ਕੀ ਹੈ। ਸਾਰੇ ਹੀ ਮਾਲਕ ਨਾਮ ਅਤੇ ਸੱਚੇ ਸੁੱਖ ਵੱਲੋਂ ਸੁੱਤੇ ਹੋਏ ਹਨ। ਸਿਰਫ ਕੇਵਲ ਗੁਰਮੁਖ ਹੀ ਜਾਗਦਾ ਹੈ। ਉਹ ਸ਼ਬਦ ਨੂੰ ਸੁਣਦਾ ਹੈ ਤੇ ਉਹਦਾ ਰਸ ਲੈਂਦਾ ਹੈ। ਸ਼ਬਦ ਪਾਏ ਗੁਰ ਸ਼ਬਦ ਸਮਾਨੀ, ਸੁਨ ਸ਼ਬਦ ਸਤ ਸ਼ਬਦ ਮਿਲਾਏ। ਗੁਰਮੁਖਾਂ ਨੂੰ ਸ਼ਬਦ ਮਿਲਿਆ, ਸ਼ਬਦ ਦਾ ਰਸ ਪ੍ਰਾਪਤ ਹੋਇਆ। ਮਨ ਸੰਸਾਰੀ ਖਾਸ਼ਾਂ ਤੋਂ ਸਾਫ਼ ਹੋ ਗਿਆ, ਉਹ ਸੰਸਾਰ ਤੋਂ ਨਿਰਲੇਪ ਹੋ ਗਏ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨਿਸ਼ਾਨੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਨੈ। ਫਰਮਾਉਂਦੇ ਨੇ ਕਿ ਜਿਸ ਤਰ੍ਹਾਂ ਪਾਣੀ ਵਿੱਚ ਕਮਲ ਦਾ ਫੁੱਲ ਪਾਣੀ ਤੋਂ ਨਿਆਰਾ ਰਹਿੰਦਾ ਹੈ, ਉਹਦੀ ਜੜ ਪਾਣੀ ਵਿੱਚ ਰਹਿੰਦੀ ਹੈ, ਪਰ ਫੁੱਲ ਪਾਣੀ ਦੇ ਉੱਤੇ ਰਹਿੰਦਾ ਹੈ। ਉਹ ਪਾਣੀ ਤੋਂ ਅਲੱਗ-ਅਲੱਗ ਰਹਿੰਦਾ ਹੈ। ਪਾਣੀ ਦੀ ਲਹਿਰ ਜੇ ਇੰਨੀ ਉੱਚੀ ਉੱਠੇ ਕਿ ਉਹਨੂੰ ਭਿਉਂ ਦੇਵੇ ਤਾਂ ਉਹ ਗਲਦਾ ਸੜਦਾ ਨਹੀਂ। ਜਿਸ ਤਰ੍ਹਾਂ ਮੁਰਗਾਈ ਪਾਣੀ ਵਿੱਚ ਬਹਿੰਦੀ ਹੈ, ਪਾਣੀ ਦਾ ਆਨੰਦ ਲੈਂਦੀ ਹੈ ਤੇ ਜਦੋਂ ਚਾਹੁੰਦੀ ਹੈ ਸੁੱਕੇ ਖੰਭ ਲੈ ਕੇ ਉੜ ਜਾਂਦੀ ਹੈ। ਪਾਣੀ ਇਹਨਾਂ ਨੂੰ ਭਿਓ ਨਹੀਂ ਸਕਦਾ। ਇਸੇ ਤਰ੍ਹਾਂ ਗੁਰਮੁਖ ਦੀ ਸੁਰਤ
ਆਤਮਾ ਸੰਸਾਰ ਵਿੱਚ ਰਹਿੰਦੀ ਹੈ। ਜਦੋਂ ਆਤਮਾ ਚਾਹੁੰਦੀ ਹੈ ਸੰਸਾਰ ਦੇ ਖਿਆਲ ਨੂੰ ਛੱਡ ਕੇ ਆਪਣੀ ਸੁਰਤ ਨੂੰ ਸ਼ਬਦ ਨਾਲ ਲਾ ਲੈਂਦੀ ਹੈ। ਜਦੋਂ ਸੁਰਤ ਸ਼ਬਦ ਦਾ ਰਸ ਲੈਣ ਲੱਗੀ, ਸ਼ਬਦ ਦਾ ਰਸ ਪ੍ਰਾਪਤ ਹੋਇਆ ਤਾਂ ਉਹ ਆਤਮਾ ਭਵਸਾਗਰ 84 ਲੱਖ ਜੂਨੀ ਤੋਂ ਰਹਿਤ ਹੋ ਗਈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਅਸੀਂ ਇਹਨੂੰ ਨਾਮ ਕਹਿੰਦੇ ਹਾਂ। ਆਤਮਾ ਨਾਮ ਦਾ ਰਸ ਲੈ ਕੇ ਉਹਦੇ ਵਿੱਚ ਸਮਾ ਜਾਵੇ ਤੇ ਸੰਸਾਰ ਸਾਗਰ ਤੋਂ ਪਾਰ ਹੋ ਜਾਵੇ। ਜਦੋਂ ਆਤਮਾ ਨੂੰ ਸ਼ਬਦ ਦਾ ਰਸ ਪ੍ਰਾਪਤ ਹੁੰਦਾ ਹੈ ਤਾਂ ਫਿਰ ਦੂਸਰੀ ਮੰਜ਼ਲ ਦੇ ਸ਼ਬਦ ਨੂੰ ਪ੍ਰਾਪਤ ਕਰਕੇ ਉਹਦੇ ਵਿੱਚ ਸਮਾ ਜਾਂਦੀ ਹੈ। ਫਿਰ 10ਵੇਂ ਦੁਆਰ ਪਹੁੰਚ ਕੇ ਮਾਨਸਰੋਵਰ ਵਿੱਚ ਇਸ਼ਨਾਨ ਕਰਦੀ ਹੈ, ਜਿਸ ਨੂੰ ਤੀਸਰੀ ਪਾਤਸ਼ਾਹੀ ਨੇ ਇਸ ਤਰ੍ਹਾਂ ਫਰਮਾਇਆ ਹੈ, ਕਾਇਆ ਅੰਦਰ ਅੰਮ੍ਰਿਤ ਸਰ ਸਾਚਾ, ਮਨ ਪੀਵੇ ਭਾਈ ਸੁਭਾਈ ਹੈ। ਇਸ ਸਰੀਰ ਵਿੱਚ ਸੱਚੇ ਅੰਮ੍ਰਿਤ ਦਾ ਸਰੋਵਰ ਹੈ। ਉਸ ਸਰੋਵਰ ਵਿੱਚ ਮਨ ਅਤੇ ਆਤਮਾ ਜਾ ਕੇ ਇਸ਼ਨਾਨ ਕਰਦੀ ਹੈ, ਅੰਮ੍ਰਿਤ ਪੀਂਦੀ ਹੈ। ਪਰ ਇਹ ਸਭ ਕੁਝ ਇਸ ਤਰ੍ਹਾਂ ਹੁੰਦਾ ਹੈ। ਫਰਮਾਉਂਦੇ ਹਨ, ਹੇ ਭਾਈ, ਇਹ ਸਭ ਭਾਵ ਦੀ ਬਾਤ ਹੈ। ਜਿਸ ਨੂੰ ਸਤਿਗੁਰ ਉਤੇ ਭਾਵ ਆਇਆ ਉਹਨੇ ਨਾਮ ਰਸ ਪ੍ਰਾਪਤ ਕੀਤਾ। ਇਸ ਤਰ੍ਹਾਂ ਮਾਨਸਰੋਵਰ ਵਿੱਚ ਨਿਰਮਲ ਹੋ ਕੇ ਸੁਰਤ ਸੱਚਖੰਡ ਦੇ ਸ਼ਬਦ ਦੁਆਰਾ ਸਤਲੋਕ ਪੁੱਜੀ, ਸਤਪੁਰਸ਼ ਦਾ ਦਰਸ਼ਨ ਕੀਤਾ। ਸੁਰਤ ਨੇ ਆਪਣਾ ਅਸਲੀ ਰੂਪ ਪਾਇਆ, ਸਾਰੀ ਮੈਲ ਉਤਰ ਗਈ, ਚੇਤਨ ਆਤਮਾ ਨਿਰਮਲ ਹੋ ਗਈ। ਅਲਖ ਸ਼ਬਦ ਔਰ ਅਗਮ ਸ਼ਬਦ ਲੈ, ਨਿਜ ਪਦ ਰਾਧਾ ਸੁਆਮੀ ਆਏ। ਸਤਲੋਕ ਸੱਚਖੰਡ ਤੋਂ ਉੱਪਰ ਜਦ ਸੁਰਤ ਚਲੀ, ਅਵਲ ਤੋਂ ਲੈ ਕੇ ਆਖਰ ਤੱਕ ਸਤਿਗੁਰ ਦਾ ਸਰੂਪ ਨਾਲ ਰਹਿੰਦਾ ਹੈ। ਪਰ ਇੱਥੇ ਚੱਲਣ ਲੱਗਿਆ ਸਤਿਗੁਰ ਦਾ ਪਹਿਲਾ ਰੂਪ ਜਿਹੜਾ ਹੁਣ ਤੱਕ ਦਿਸਦਾ ਸੀ ਨਾ ਰਿਹਾ, ਨਾ ਹੀ ਸੁਰਤ ਦਾ ਉਹ ਰੂਪ ਰਿਹਾ ਹੈ ਜਿਹੜਾ ਇੱਥੇ ਪੁੱਜਣ ਤੋਂ ਪਹਿਲਾਂ ਸੀ। ਸੁਰਤ ਅਤੀ ਨਿਰਮਲ ਹੋ ਗਈ। ਸੁਰਤ ਨੂੰ ਗਿਆਨ ਹੋ ਜਾਂਦਾ ਹੈ, ਸੁਰਤ ਨੂੰ ਗਿਆਨ ਹੋ ਜਾਂਦਾ ਕਿ ਇਹ ਮੇਰਾ ਸਤਿਗੁਰ ਹੈ। ਹੁਣ ਸੁਰਤ ਸਤਿਗੁਰ ਦੇ ਨਾਲ ਅਲਖ, ਫਿਰ ਅਲਖ ਲੋਕ, ਫਿਰ ਅਗਮ ਲੋਕ ਪੁੱਜੀ। ਅਲਖ ਤੋਂ ਅਗਮ ਪੁਰਸ਼ ਦੇ ਦਰਸ਼ਨ ਕੀਤੇ। ਫਿਰ ਅਸਲੀ ਨਿਜ ਘਰ ਅਨਾਮੀ ਦੇਸ਼, ਜਿਸ ਨੂੰ ਰਾਧਾ ਸੁਆਮੀ ਧਾਮ ਕਹਿਆ ਜਾਂਦਾ ਹੈ, ਸੁਰਤ ਆਤਮਾ ਜਾ ਪੁੱਜੀ। ਪੂਰਾ ਘਰ ਪੂਰੀ ਗਤ ਪਾਈ, ਅਬ ਕੁਛ ਆਗੇ ਕਹਾ ਨਾ ਜਾਈ। ਹੁਣ ਸੁਰਤ ਆਤਮਾ ਨੂੰ ਪੂਰਾ ਘਰ ਮਿਲ ਗਿਆ, ਪੂਰੀ ਅਤੇ ਸਭ ਤੋਂ ਉੱਚੀ ਗਤੀ ਪ੍ਰਾਪਤ ਹੋ ਗਈ, ਜਿਸ ਦਾ ਚਲਣਾ ਅਤੇ ਚੜਨਾ ਸਾਰਾ ਕੰਮ ਪੂਰਾ ਹੋ ਗਿਆ। ਇਸ ਤੋਂ ਅੱਗੇ ਕਹਿਣ ਵਾਲੀ ਕੋਈ ਗੱਲ ਨਾ ਰਹੀ। ਫਿਰ ਹਜੂਰ ਨੇ ਫਰਮਾਇਆ, ਦਰਬਾਰ ਸਾਹਿਬ ਦੀ ਬਾਣੀ ਲਓ। ਤਾਂ ਪਾਠੀਆਂ ਨੇ ਇੱਕ ਹੱਥ ਦਾ ਲਿਖਿਆ ਹੋਇਆ ਗ੍ਰੰਥ ਕੱਢਿਆ ਤੇ ਫਰਮਾਇਆ, ਗੁਰ ਕੀ ਮੂਰਤ ਮਨ ਮਹਿ ਧਿਆਨ ਸ਼ਬਦ ਲਓ। ਤਾਂ 5ਵੀਂ ਪਾਤਸ਼ਾਹੀ ਦਾ ਸ਼ਬਦ ਲਿਆ ਅਤੇ ਪਾਠੀ ਪਾਠ ਕਰਨ ਲੱਗੇ। ਰਾਗ ਗੌੜ, ਗੌੜ ਮਹੱਲਾ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ। ਹਜੂਰ ਨੇ ਫਰਮਾਇਆ, 5ਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਆਪਣੇ ਸਤਿਗੁਰ ਦੀ ਮੂਰਤ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ। ਜਿਸ ਤਰ੍ਹਾਂ ਆਪਣੇ ਸਤਿਗੁਰ ਨੂੰ ਬਾਹਰ ਵੇਖਦੇ ਜੇ, ਉਹੀ ਸ਼ਕਲ ਤੀਸਰੇ ਤਿਲ ਉੱਤੇ ਦੋਹਾਂ ਅੱਖਾਂ ਦੇ ਦਰਮਿਆਨ ਜਿੱਥੋਂ ਨੱਕ ਸ਼ੁਰੂ ਹੁੰਦਾ ਹੈ ਉੱਥੇ ਹਿਰਦਾ ਹੈ ਤੇ ਉੱਥੇ ਉਹਦਾ ਧਿਆਨ ਕਰੋ। ਘੰਟਾ 2 ਘੰਟਾ ਉਹਦਾ ਧਿਆਨ ਕਰੋ। ਜਦੋਂ ਸਤਿਗੁਰ ਤੁਹਾਡੇ ਇਸ ਪਿਆਰ ਨੂੰ ਵੇਖੇਗਾ ਤਾਂ ਤੁਹਾਡੇ ਤੇ ਪ੍ਰਸੰਨ ਹੋਵੇਗਾ, ਤਾਂ ਸਤਿਗੁਰ ਦਾ ਰੂਪ ਪ੍ਰਗਟ ਹੋ ਜਾਵੇਗਾ। ਉਸ ਆਨੰਦ ਦਾ ਕੀ ਕਹਿਣਾ। ਜਿਸ ਤਰ੍ਹਾਂ ਬਾਹਰ ਸਤਿਗੁਰ ਨਾਲ ਬਚਨ ਬਿਲਾਸ ਹੁੰਦਾ ਹੈ, ਇਸੇ ਤਰ੍ਹਾਂ ਅੰਦਰ ਬਚਨ ਬਿਲਾਸ ਹੋਣ ਲੱਗ ਪਏ। ਪਰ ਇਹ ਤਾਂ ਹੀ ਹੋਵੇਗਾ ਜਿਸ ਤਰ੍ਹਾਂ ਕਈ ਲੋਕ ਮੰਤਰਾਂ ਨੂੰ ਸਿੱਧ ਕਰਦੇ ਨੇ, ਉਹਨਾਂ ਦਾ ਜਾਪ ਕਰਦੇ ਨੇ। ਤੁਸੀਂ ਵੀ ਸਤਿਗੁਰ ਦਾ ਬਚਨ ਨੂੰ ਹਰਦਮ ਹਿਰਦੇ ਵਿੱਚ ਯਾਦ ਰੱਖੋ, ਉਸ ਤੇ ਅਮਲ ਕਰੋ। ਸਤਿਗੁਰੂ ਨਾਲ ਸੱਚੀ ਪ੍ਰੀਤ ਅਤੇ ਸਤਿਗੁਰ ਦੇ ਬਚਨ ਦੀ ਪ੍ਰਤੀਤ ਕਰੋ ਕਿ ਇਹ ਸੱਚਾ ਹੈ, ਤਦ ਇਹ ਹਾਲਤ ਪ੍ਰਗਟ ਹੋਵੇਗੀ। ਗੁਰ ਕੇ ਚਰਨ ਹਿਰਦੇ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਸਤਿਗੁਰ ਦੇ ਚਰਨਾਂ ਨਾਲ ਪ੍ਰੀਤ ਕਰੋ। ਗੁਰੂ ਬਖਾਲੇ ਦੀ ਪ੍ਰੀਤ ਨਾਲ ਪ੍ਰਸੰਨ ਨਹੀਂ ਹੁੰਦਾ। ਹਿਰਦੇ ਵਿੱਚ ਸੱਚੀ ਲਗਨ ਹੋਣੀ ਚਾਹੀਦੀ ਹੈ। ਸਤਿਗੁਰ ਦੀ ਪ੍ਰੀਤ ਹੀ ਸੱਚੀ ਭਗਤੀ ਹੈ। ਗੁਰੂ ਆਦਮੀ ਨਹੀਂ ਹੁੰਦਾ, ਉਹ ਪਾਰ ਬ੍ਰਹਮ ਹੁੰਦਾ ਹੈ, ਪਰਮੇਸ਼ਵਰ ਹੁੰਦਾ ਹੈ। ਜਿਸ ਤਰ੍ਹਾਂ ਦਾ ਭਾਵ
ਸਤਿਗੁਰ ਨਾਲ ਕੀਤਾ ਜਾਵੇਗਾ ਉਹ ਜਿਹਾ ਫਲ ਪ੍ਰਾਪਤ ਹੋਵੇਗਾ। ਇੱਕ ਸ਼ੀਸ਼ਾ ਹੁੰਦਾ ਹੈ, ਜੇ ਟੇਢਾ ਮੂੰਹ ਕਰਕੇ ਵੇਖਿਆ ਜਾਵੇ ਤਾਂ ਸ਼ੀਸ਼ੇ ਵਿੱਚੋਂ ਟੇਢੀ ਸੂਰਤ ਹੀ ਦਿਸੇਗੀ। ਕਾਲਾ ਕਰਕੇ ਵੇਖਿਆ ਜਾਵੇ ਤਾਂ ਕਾਲਾ ਨਜ਼ਰ ਆਵੇਗਾ, ਮੂੰਹ ਸਾਫ਼ ਕਰਕੇ ਵੇਖਿਆ ਜਾਵੇ ਤਾਂ ਸਾਫ਼ ਨਜ਼ਰ ਆਵੇਗਾ। ਇਸੇ ਤਰ੍ਹਾਂ ਜਿਸ ਤਰ੍ਹਾਂ ਦਾ ਭਾਵ ਸਤਿਗੁਰ ਨਾਲ ਕਰੇਗਾ ਉਹ ਜਿਹਾ ਫਲ ਸਤਿਗੁਰ ਤੋਂ ਪ੍ਰਾਪਤ ਹੋਵੇਗਾ। ਜੇ ਸਤਿਗੁਰ ਨੂੰ ਬੰਦਾ ਸਮਝੇਗਾ ਤਾਂ ਬੰਦਾ ਰਹਿ ਜਾਵੇਗਾ, ਜੇ ਸਤਿਗੁਰ ਨੂੰ ਪਰਮੇਸ਼ਵਰ ਸਮਝੇਗਾ ਤਾਂ ਪਰਮੇਸ਼ਵਰ ਵਿੱਚ ਲੀਨ ਹੋ ਕੇ ਉਹਦਾ ਰੂਪ ਹੋ ਜਾਵੇਗਾ। ਮਤ ਕੋ ਭਰਮ ਭੁਲੇ ਸੰਸਾਰ, ਗੁਰਬਿਨ ਕੋਇ ਨਾ ਉਤਰਸ ਪਾਰ ਰਹਾਓ। ਫਰਮਾਉਂਦੇ ਹਨ ਕਿ ਸੰਸਾਰ ਵਿੱਚ ਕੋਈ ਇਸ ਭਰਮ ਵਿੱਚ ਨਾ ਰਹੇ ਕਿ ਮੈਂ ਭਗਤੀ ਕਰਕੇ ਮਾਲਕ ਨੂੰ ਪ੍ਰਾਪਤ ਕਰ ਲਵਾਂਗਾ। ਤੀਸਰੀ ਪਾਤਸ਼ਾਹੀ ਨੇ ਫਰਮਾਇਆ ਹੈ, ਸੰਤ ਚਰਨ ਭਏ ਬੋਹਿਥਾ ਤਰੇ ਸਾਗਰ ਜੇਤ। ਜਿੰਨੇ ਆਦਮੀ ਵੀ ਅੱਜ ਤੱਕ ਇਸ ਭਵ ਸਾਗਰ ਤੋਂ ਪਾਰ ਹੋਏ ਨੇ ਉਹ ਸੰਤਾਂ ਦੇ ਚਰਨਾਂ ਰੂਪੀ ਬੇੜੇ ਤੇ ਚੜ ਕੇ ਪਾਰ ਹੋਏ ਨੇ। 12 ਮਾਹ ਵਿੱਚ ਪੰਜਵੀਂ ਪਾਤਸ਼ਾਹੀ ਨੇ ਫਰਮਾਇਆ ਹੈ, ਆਪਨ ਲਿਆ ਜੇ ਮਿਲੇ ਵਿਛੜ ਕਿਉਂ ਰਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ। ਜੇ ਕੋਈ ਆਪਣੀ ਕਰਨੀ ਕਰਤੂਤ ਨਾਲ ਮਾਲਕ ਨੂੰ ਪ੍ਰਾਪਤ ਕਰ ਸਕੇ ਤਾਂ ਉਸ ਤੋਂ ਵਿਛੜੇ ਹੀ ਕਿਉਂ ਤੇ ਦੁਖੀ ਕਿਉਂ ਹੋਵੇ। ਆਪਣੇ ਆਪ ਕੋਈ ਨਹੀਂ ਮਿਲ ਸਕਦਾ। ਜਿਹੜਾ ਕੋਈ ਸਾਧੂ ਦੀ ਸੰਗਤ ਕਰੇਗਾ ਉਸ ਤੋਂ ਨਾਮ ਲੈ ਕੇ ਭਗਤੀ ਕਰੇਗਾ ਉਸੇ ਨੂੰ ਨਾਮ ਪ੍ਰਾਪਤ ਹੋਵੇਗਾ। ਉਹ ਸੱਚੇ ਸੁਖ ਦੇ ਰੰਗ ਨੂੰ ਮਾਨੇਗਾ। ਸੋ ਇੱਥੇ ਕਹਿਆ ਹੈ, ਸੰਸਾਰ ਵਿੱਚ ਕੋਈ ਇਸ ਭਰਮ ਵਿੱਚ ਨਾ ਰਹੇ ਕਿ ਮੈਂ ਆਪਣੀ ਭਗਤੀ ਕਰਨੀ ਕਰਤੂਤ ਨਾਲ ਪਾਰ ਬ੍ਰਹਮ ਨੂੰ ਪ੍ਰਾਪਤ ਕਰ ਲਵਾਂਗਾ। ਸਤਿਗੁਰ ਤੋਂ ਬਗੈਰ ਕੋਈ ਵੀ ਭਾਵੇਂ ਉਹ ਕਿਤਨੀ ਕਮਾਈ ਵੀ ਕਰੇ ਇਸ ਸੰਸਾਰ ਸਾਗਰ ਤੋਂ ਛੁਟਕਾਰਾ ਨਹੀਂ ਪਾ ਸਕਦਾ। ਭੁੱਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਸਾਰਾ ਸੰਸਾਰ ਹੀ ਆਪਣੇ ਆਪ ਨੂੰ ਭੁੱਲ ਗਿਆ ਹੈ, ਆਪ ਦੀ ਚੇਤਨਤਾ ਨੂੰ ਭੁੱਲ ਗਿਆ ਹੈ, ਪਰਮੇਸ਼ਵਰ ਨੂੰ ਭੁੱਲ ਗਿਆ ਹੈ। ਆਪਣੇ ਆਪ ਨੂੰ ਦੇਹ ਸਮਝ ਕੇ ਉਸ ਦੀ ਪਾਲਣਾ ਵਿੱਚ ਲੱਗਾ ਹੋਇਆ, ਨਾਮ ਨੂੰ ਭੁੱਲ ਕੇ ਮਾਇਆ ਦੇ ਰਸਾਂ ਵਿੱਚ ਦੌੜਦਾ ਹੈ। ਭੁੱਲੇ ਹੋਏ ਜੀਵ ਨੂੰ ਸਤਿਗੁਰ ਹੀ ਰਸਤਾ ਦੱਸਦਾ ਹੈ, ਇਸ ਨੂੰ ਚੇਤਨਾ ਯਾਦ ਦਿਵਾਉਂਦਾ ਹੈ, ਇਸ ਨੂੰ ਆਪਣੇ ਨਿਜ ਘਰ ਦਾ ਰਸਤਾ ਦੱਸਦਾ ਹੈ। ਦੁਨਿਆਵੀ ਧੰਦਿਆਂ ਤੋਂ ਇਸ ਦੇ ਪਿਆਰ ਨੂੰ ਹਟਾ ਕੇ ਭਗਤੀ ਵਿੱਚ ਲਗਾਉਂਦਾ ਹੈ। ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ। ਫਰਮਾਉਂਦੇ ਹਨ, ਜਦੋਂ ਇਹ ਜੀਵ ਭਗਤੀ ਵਿੱਚ ਲੱਗ ਗਿਆ, ਨਾਮ ਦਾ ਰਸ ਪ੍ਰਾਪਤ ਹੋਇਆ, ਇਸ ਨੂੰ ਮਾਲਕ ਦਾ ਦਰਸ਼ਨ ਹੋਇਆ ਤੇ ਫਿਰ ਇਸ ਨੇ ਅਨੁਭਵ ਕੀਤਾ ਕਿ ਜਨਮ ਮਰਨ ਅਤੇ 84 ਦੇ ਚੱਕਰ ਦਾ ਡਰ ਦੂਰ ਹੋ ਗਿਆ ਹੈ। ਇਹ ਪੂਰੇ ਗੁਰੂ ਦੀ ਵਡਿਆਈ ਹੈ, ਬੇਅੰਤ ਵਡਿਆਈ ਹੈ। ਇੱਕ ਜੀਵਨ ਨੂੰ ਕਾਲ ਦੇ ਫੰਦੇ ਵਿੱਚੋਂ ਨਿਕਾਲ ਕੇ ਅਤੇ ਜਨਮ ਮਰਨ ਦੇ ਚੱਕਰ ਵਿੱਚੋਂ ਕੱਢ ਕੇ ਮਾਲਕ ਦੇ ਦੇਸ਼ ਪਹੁੰਚਾ ਦੇਣਾ, ਸੱਚੇ ਸੁਖ ਵਿੱਚ ਇਹਦਾ ਵਾਸਾ ਕਰਾ ਦੇਣਾ, ਜਿਸ ਸੁਖ ਦਾ ਕਦੇ ਵੀ ਨਾਸ਼ ਨਾ ਹੋਵੇ ਆਦਿ। ਇਸ ਦੇ ਬਦਲੇ ਗੁਰੂ ਇਸ ਤੋਂ ਕੁਝ ਨਹੀਂ ਮੰਗਦਾ। ਗੁਰੂ ਤਾਂ ਦਾਤਾ ਹੁੰਦਾ ਹੈ। ਜਿਸ ਤਰ੍ਹਾਂ ਗੁਰਬਾਣੀ ਵਿੱਚ ਆਉਂਦਾ ਹੈ, ਗੁਰੂ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲਾਗੇ ਪਾਏ। ਗੁਰੂ ਦਾਤਾ ਹੁੰਦਾ ਹੈ, ਮੰਗਤਾ ਨਹੀਂ ਹੁੰਦਾ, ਜੋ ਸੰਸਾਰ ਵਿੱਚ ਕਿਸੇ ਸੁਖ ਤੋਂ ਕੁਝ ਨਹੀਂ ਮੰਗਦਾ। ਜੋ ਆਪ ਮਾਇਆ ਦਾ ਮੰਗਤਾ ਹੋਵੇ ਉਹ ਨਾਮ ਦਾ ਦਾਤਾ ਨਹੀਂ ਹੋ ਸਕਦਾ। ਇਹ ਪੂਰੇ ਗੁਰੂ ਦੀ ਵਡਿਆਈ ਹੈ। ਗੁਰੂ ਪ੍ਰਸਾਦ ਉਰਦ ਕਮਲ ਬਿਗਾਸ, ਅੰਧਕਾਰ ਮਹੀ ਭਇਆ ਪ੍ਰਗਾਸ। ਗੁਰ ਪ੍ਰਸਾਦ ਯਾਨੀ ਗੁਰੂ ਦੀ ਕਿਰਪਾ ਨਾਲ ਉਰਦ ਕਮਲ ਚੇਤਨ, ਜਿਹੜਾ ਹੇਠਾਂ ਨੂੰ ਮਾਇਆ ਵੱਲ ਵੇਖਦਾ ਹੈ, ਉੱਪਰ ਨੂੰ ਆਪਣੇ ਨਿਜ ਘਰ ਨੂੰ ਨਹੀਂ ਵੇਖਦਾ। ਨਿਜ ਘਰ ਨੂੰ ਭੁੱਲ ਕੇ ਮਾਇਆ ਦੇ ਰਸਾਂ ਵਿੱਚ ਲਿਪਟ ਮਾਇਆ ਦੇ ਵਿੱਚ ਰਚ ਕੇ ਮਲੀਨ ਹੋ ਗਿਆ ਹੈ, ਮੈਲਾ ਹੋ ਗਿਆ ਹੈ। ਗੁਰੂ ਦੀ ਕਿਰਪਾ ਨਾਲ ਉਹ ਮੈਲ ਦੂਰ ਹੁੰਦੀ ਹੈ। ਚੇਤਨ ਨਿਰਮਲ ਹੋਇਆ ਤਾਂ ਜੀਵ ਨੂੰ ਆਪਣੇ ਆਪ ਦਾ ਆਤਮਾ ਦਾ ਦਰਸ਼ਨ ਹੋਇਆ। ਤੁਸੀਂ ਸਾਰੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਆਪਣਾ ਆਤਮਾ ਤੁਸਾਂ ਨੂੰ ਨਜ਼ਰ ਆਉਂਦਾ ਹੈ, ਗੁਰਮੁਖ ਨੂੰ ਨਜ਼ਰ ਆਉਂਦਾ ਹੈ। ਬਾਕੀ ਸਾਰਿਆਂ ਦੇ ਅੰਦਰ ਹਨੇਰਾ ਹੀ ਹਨੇਰਾ ਹੈ। ਗੁਰੂ ਦੀ ਕਿਰਪਾ ਨਾਲ ਇੱਕ ਘੁੱਪ ਹਨੇਰੇ ਵਿੱਚ ਪ੍ਰਕਾਸ਼ ਹੋ ਜਾਵੇਗਾ। ਆਤਮਾ ਖੁਦ ਪ੍ਰਕਾਸ਼ਮਾਨ ਹੈ। ਇਸ ਪ੍ਰਕਾਸ਼ ਵਿੱਚ ਜੀਵ ਨੂੰ ਆਪਣਾ ਆਤਮਾ ਦਿਸਿਆ ਤਾਂ ਇਹ ਮੰਨੇਗਾ ਕਿ ਮੈਂ ਖੁਦ ਆਤਮਾ ਹਾਂ।
ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰੂ ਕਿਰਪਾ ਤੇ ਮੁਗਧ ਮਨ ਮਾਨਿਆ। ਜਿਸ ਨੇ ਜੀਵ ਆਤਮਾ ਨੂੰ ਪੈਦਾ ਕੀਤਾ, ਤਿੰਨਾਂ ਲੋਕਾਂ ਦੇ ਖੁਦਾ ਯਾਨੀ ਨਿਰੰਜਨ ਨੂੰ ਪੈਦਾ ਕੀਤਾ, ਮਨ ਮਾਇਆ ਨੂੰ ਪੈਦਾ ਕੀਤਾ, ਉਹ ਕਰਤਾ ਸਤਿਗੁਰ ਦੀ ਕਿਰਪਾ ਨਾਲ ਦੇਖਿਆ ਗਿਆ ਹੈ। ਜੀਵ ਗੁਰੂ ਦੀ ਕਿਰਪਾ ਨਾਲ ਮਨ ਮਾਇਆ ਨੂੰ ਥੱਲੇ ਛੱਡ ਕੇ ਨਿਰੰਜਨ ਦੇ ਦੇਸ਼ ਨੂੰ ਛੱਡ ਕੇ ਸਤਿਪੁਰਸ਼ ਦੇ ਦੇਸ਼ ਵਿੱਚ ਅਤੇ ਫਿਰ ਅਨਾਮੀ ਦੇਸ਼ ਵਿੱਚ ਜਾ ਪਹੁੰਚਾ। ਇਹ ਸਤਿਗੁਰ ਦੀ ਅਪਾਰ ਕਿਰਪਾ ਹੈ। ਜਦੋਂ ਜੀਵ ਭਜਨ ਵਿੱਚ ਬੈਠਦਾ ਹੈ, ਸਿਮਰਨ ਕਰਦਾ ਹੈ, ਤਾਂ ਇਸ ਦਾ ਮਨ ਸੰਸਾਰੀ ਵਿਹਾਰ ਕਾਰ ਵਿੱਚ ਦੌੜਦਾ ਹੈ, ਇਸ ਨੂੰ ਭਜਨ ਵਿੱਚ ਲੱਗਣ ਨਹੀਂ ਦਿੰਦਾ। ਸਤਿਗੁਰ ਦੀ ਦਇਆ ਅਤੇ ਉਹਨਾਂ ਦੀ ਭਜਨ ਕਰਨ ਦੀ ਜੁਗਤੀ ਨਾਲ ਇਹ ਮਨ ਠਹਿਰ ਜਾਂਦਾ ਹੈ। ਫਿਰ ਇਸ ਨੂੰ ਸ਼ਬਦ ਦਾ ਰਸ ਆਉਂਦਾ ਹੈ। ਫਿਰ ਮਨ ਵੇਖਦਾ ਹੈ ਕਿ ਮਾਇਆ ਦੇ ਰਸਾਂ ਨਾਲੋਂ ਸ਼ਬਦ ਦਾ ਰਸ ਬਹੁਤ ਮਿੱਠਾ ਹੈ, ਤਾਂ ਫਿਰ ਸਤਿਗੁਰ ਦੇ ਬਚਨ ਨੂੰ ਮੰਨਣ ਲੱਗ ਜਾਂਦਾ ਹੈ। ਅੰਦਰ ਵਿੱਚ ਆਤਮਾ ਦੇ ਨਾਲ ਮਿਲ ਕੇ ਉਨਤੀ ਕਰਦਾ ਹੈ, ਮੰਜ਼ਲ ਆਪਣੇ ਘਰ ਜਾ ਪਹੁੰਚਦਾ ਹੈ। ਗੁਰੂ ਕਰਤਾ ਗੁਰੂ ਕਰਨੇ ਜੋਗ, ਗੁਰ ਪਰਮੇਸ਼ਵਰ ਹੈ ਵੀ ਹੋਗ। ਸਤਿਗੁਰ ਕਰਤਾ ਅਤੇ ਪਰਮੇਸ਼ਵਰ ਹੁੰਦਾ ਹੈ, ਉਹ ਕਰਨ ਕਾਰਨ ਸਮਰੱਥ ਹੁੰਦਾ ਹੈ। ਗੁਰੂ ਉਹ ਹੀ ਹੁੰਦਾ ਹੈ ਜਿਹੜਾ ਪਰਮੇਸ਼ਵਰ ਨਾਲ ਮਿਲ ਕੇ ਉਸ ਦਾ ਰੂਪ ਹੋ ਚੁੱਕਿਆ ਹੈ। ਜੀਵਾਂ ਨੂੰ ਉਸ ਦੀ ਪਹਿਚਾਨ ਨਹੀਂ ਆਉਂਦੀ, ਜਿਸ ਤੇ ਉਹ ਦਇਆ ਕਰੇ, ਆਪਣੀ ਪਹਿਚਾਨ ਜੀਵ ਨੂੰ ਖੁਦ ਹੀ ਬਖਸ਼ੇ। ਸਤਿਗੁਰ ਸਦਾ ਸੰਸਾਰ ਵਿੱਚ ਰਹੇਗਾ, ਹੁਣ ਵੀ ਹੈ, ਅੱਗੇ ਵਾਸਤੇ ਸਦਾ ਲਈ ਸੰਸਾਰ ਵਿੱਚ ਰਹੇਗਾ। ਇਸ ਤਰ੍ਹਾਂ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਫਰਮਾਇਆ ਹੈ, ਜੁਗ ਜੁਗੋ ਜੁਗ ਜੁਗ ਜੁਗੋ ਜੁਗ ਸਦ ਪੀਹੜੀ ਗੁਰੂ ਚਲੰਦੀ। ਗੁਰੂ ਸਦਾ ਸੰਸਾਰ ਵਿੱਚ ਰਹਿੰਦਾ ਹੈ। ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਏ ਭਾਈ। ਕਹੋ ਨਾਨਕ ਪ੍ਰਭ ਇਹ ਜਨਾਈ ਫਰਮਾਉਂਦੇ ਨੇ, ਪ੍ਰਭੂ ਨੇ ਮੈਨੂੰ ਇਹ ਗੱਲ ਕਹੀ, ਹੇ ਨਾਨਕ ਤੂੰ ਸੰਸਾਰ ਵਿੱਚ ਜਾ ਕੇ ਇਹ ਗੱਲ ਕਹਿ ਦੇ, ਗੁਰ ਬਿਨ ਮੁਕਤ ਨਾ ਪਾਈਏ ਭਾਈ। ਹੇ ਭਾਈ, ਬਗੈਰ ਸਤਿਗੁਰ ਦੇ ਕਿਸੇ ਦੀ ਮੁਕਤੀ ਨਹੀਂ ਹੁੰਦੀ। ਸਤਿਪੁਰਸ਼ ਨੇ ਇਹ ਤਰੀਕਾ ਬਣਾਇਆ ਹੋਇਆ ਹੈ ਕਿ ਜੇ ਕੋਈ ਮੈਨੂੰ ਮਿਲੇਗਾ, ਸਤਿਗੁਰ ਦੁਆਰਾ ਮਿਲੇਗਾ। ਸਤਿਗੁਰ ਜਗਤ ਵਿੱਚ ਆਦਮੀ ਦੀ ਦੇਹ ਵਿੱਚ ਪਰਮੇਸ਼ਵਰ ਦਾ ਰੂਪ ਹੁੰਦਾ ਹੈ। ਗੁਰੂ ਨੂੰ ਪਰਮੇਸ਼ਵਰ ਸਮਝਣ ਵਾਲਾ, ਬਚਨ ਮੰਨ ਕੇ ਭਗਤੀ ਕਰਨ ਵਾਲਾ ਸੰਸਾਰ ਦੇ ਨਾਲ ਇੱਕ ਦਿਨ ਜ਼ਰੂਰ ਬਰ ਜ਼ਰੂਰ ਆਪਣੇ ਨਿਜ ਘਰ ਅਨਾਮੀ ਦੇਸ਼ ਪੁੱਜ ਕੇ ਸੱਚੇ ਅਤੇ ਸਦਾ ਰਹਿਣ ਵਾਲੇ ਸੁਖ ਨੂੰ ਪ੍ਰਾਪਤ ਕਰੇਗਾ। ਹਜੂਰ ਨੇ ਸਤਸੰਗ ਸਮਾਪਤ ਕੀਤਾ। ਬੇਨਤੀ ਕਰਨ ਦਾ ਹੁਕਮ ਦਿੱਤਾ। ਕਰੋ ਬੇਨਤੀ ਦੋ ਕਰ ਜੋਰੀ। ਬੇਨਤੀ ਕੀਤੀ ਗਈ। ਇੰਨੇ ਚਿਰ ਨੂੰ ਭਾਈ ਕੇਸਰ ਸਿੰਘ ਨੇ ਪ੍ਰਸ਼ਾਦ ਹਜੂਰ ਦੇ ਸਾਹਮਣੇ ਲਿਆ ਰੱਖਿਆ। ਹਜੂਰ ਨੇ ਉਹਦੇ ਤੇ ਦ੍ਰਿਸ਼ਟੀ ਪਾਈ ਅਤੇ ਵੰਡਣ ਦਾ ਹੁਕਮ ਦਿੱਤਾ। ਭਾਈ ਕੇਸਰ ਸਿੰਘ ਨੇ ਇੱਕ ਬਰਤਨ ਵਿੱਚ ਪਹਿਲਾਂ ਸਤਿਗੁਰ ਦੀ ਪ੍ਰਸ਼ਾਦੀ ਕੱਢੀ ਤੇ ਫਿਰ ਸੰਗਤ ਵਿੱਚ ਪ੍ਰਸ਼ਾਦ ਵੰਡਿਆ। ਪ੍ਰਸ਼ਾਦ ਵੰਡੇ ਜਾਣ ਤੋਂ ਪਿੱਛੋਂ ਹਜੂਰ ਉੱਠ ਕੇ ਆਪਣੇ ਕਮਰੇ ਵਿੱਚ ਚਲੇ ਗਏ। ਥੋੜੇ ਚਿਰ ਪਿੱਛੋਂ ਭਾਈ ਕੇਸਰ ਸਿੰਘ ਨੇ ਹਜੂਰ ਮਹਾਰਾਜ ਦੇ ਪਾਸ ਜਾ ਕੇ ਅਰਜ਼ ਕੀਤੀ, ਹਜੂਰ ਲੰਗਰ ਤਿਆਰ ਹੈ। ਹਜੂਰ ਖੁਦ ਉੱਠ ਕੇ ਲੰਗਰ ਵਿੱਚ ਗਏ। ਸਾਰੇ ਖਾਨਿਆਂ ਉੱਤੇ ਦ੍ਰਿਸ਼ਟੀ ਪਾਈ ਅਤੇ ਫੁਲਕਾ ਛਕਾਉਣ ਦਾ ਹੁਕਮ ਦਿੱਤਾ। ਭਾਈ ਕੇਸਰ ਸਿੰਘ ਨੇ ਪਹਿਲੋਂ ਹਜੂਰ ਦੀ ਪ੍ਰਸ਼ਾਦੀ ਸਭ ਖਾਨਿਆਂ ਵਿੱਚੋਂ ਕੱਢ ਕੇ ਹਜੂਰ ਦੇ ਸਾਹਮਣੇ ਰੱਖੀ। ਹਜੂਰ ਨੇ ਉਸ ਨੂੰ ਘੰਟੀ ਕਰਨ ਦਾ ਹੁਕਮ ਦਿੱਤਾ ਅਤੇ ਖੁਦ ਪ੍ਰਸ਼ਾਦ ਛਕਣ ਲੱਗੇ। ਘੰਟੀ ਕੀਤੀ ਗਈ ਅਤੇ ਸੰਗਤ ਪੰਗਤ ਲਗਾ ਕੇ ਫੁਲਕਾ ਖਾਣ ਵਾਸਤੇ ਬੈਠ ਗਈ। ਪਹਿਲੇ ਭਰਾਵਾਂ ਨੂੰ ਫੁਲਕਾ ਛਕਾਇਆ ਗਿਆ ਅਤੇ ਪਿੱਛੋਂ ਬੀਬੀਆਂ ਨੂੰ। ਫੁਲਕਾ ਖਾ ਚੁੱਕਣ ਤੋਂ ਉਪਰੰਤ ਹਜੂਰ ਨੇ ਫਰਮਾਇਆ, ਸਾਰਿਆਂ ਨੂੰ ਛੁੱਟੀ ਹੈ, ਆਪਣੇ ਆਪਣੇ ਘਰਾਂ ਨੂੰ ਜਾਓ ਅਤੇ ਆਪਣਾ ਕੰਮ ਕਰੋ, ਕਿਸੇ ਕਿਸਮ ਦਾ ਫਿਕਰ ਨਾ ਕਰਨਾ। ਫਿਰ ਸੰਗਤ ਨੇ ਮਾਇਆ ਭੇਂਟ ਕਰਨੀ ਸ਼ੁਰੂ ਕੀਤੀ। ਇੱਕ ਇੱਕ ਆਦਮੀ ਅੱਗੇ ਆਉਂਦਾ, ਮੱਥਾ ਟੇਕਦਾ ਤੇ ਹਜੂਰ ਉਸ ਨੂੰ ਪ੍ਰਸ਼ਾਦ ਦਿੰਦੇ ਅਤੇ ਉਹ ਪਿੱਛੇ ਹਟ ਜਾਂਦਾ। ਆਦਮੀ ਅਤੇ ਬੀਬੀਆਂ ਛੁੱਟੀਆਂ ਲੈ ਕੇ ਚਲੇ ਗਏ ਅਤੇ ਥੋੜੇ ਸੇਵਾਦਾਰ ਬਾਕੀ ਰਹਿ ਗਏ। ਉਹ ਅਗਲੇ ਦਿਨ ਛੁੱਟੀ ਲੈ ਕੇ ਚਲੇ ਗਏ। ਰਾਧਾ।